ਉਹਨਾਂ ਨੇ ਮੈਂ ਗਵਾਹ ਦੇ ਨੰਬਰ ਹਰ ਚੀਜ਼ ਦੇ ਦਿੱਤੀ, ਉਹਨਾਂ ਦੇ ਵੌਇਸ ਸੁਣਾਤੇ, ਹਰ ਗੱਲ ਰਿਕਾਰਡਿੰਗ ਸੁਣਾਤੀ। ਇਹ ਫੇਰ ਵੀ ਨਹੀਂ ਯਕੀਨ ਕੀਤਾ। ਉਹ ਤੇਰੀ ਬੱਚੀਆਂ ਤੇਰੀ ਮਾਂ ਕੋ ਗਈਆਂ, ਸੇਫ ਹੈਗੀਆਂ, ਤੈਨੂੰ ਕੋਈ ਟੈਨਸ਼ਨ ਨਹੀਂ, ਛੱਡੋ ਗਸ਼ਤੀ ਹੈ ਭਾਵੇਂ ਕੰਜਰੀ ਹੈ, ਤੂੰ ਪਿੱਛਾ ਛੱਡ ਤੂੰ ਆਪਣਾ ਕੰਮ ਕਰ। ਉਹ ਕਹਿੰਦੇ ਤੂੰ ਝੂਠ ਬੋਲਣਾ ਪਿਆ, ਤੇਰੀਆਂ ਬੱਚੀਆਂ ਗਵਾਹ ਨਹੀਂ ਹੋਈਆਂ। ਇਹ ਪੁਲਿਸ ਵਾਲੇ ਕਹਿੰਦੇ ਸੀ? ਪੁਲਿਸ ਵਾਲੇ ਕਹਿੰਦੇ ਸੀ ਮਿਹਰਬਾਨੀ ਮੇਰੀਆਂ ਬੱਚੀਆਂ ਮਹਿਫੂਜ਼ ਨਹੀਂ ਹੈਗੀਆਂ, ਮੈਨੂੰ ਜਿੱਥੋਂ ਵੀ ਆਉਂਦੇ ਮੇਰੀਆਂ ਬੱਚੀਆਂ ਪੇਸ਼ ਕਰਕੇ ਦੇਵੋ। 5 ਲੱਖ ਮੰਗਦਾ ਹੈ, कभी तरियाँ लाना है, कभी कहते DPO को जा, कभी SP को जा, कहता DSP का मेरा कुछ नहीं बिगाड़ सकता। चीन कुछ हो जाता है पुलिस पूरा थाना मुलवस होएगा। मैं कुछ नहीं जानता, मेरी बच्चियाँ चाहिए, दुनिया में कुछ नहीं चाहिए। मैं हर किसी को क्या मेरी मदद करो, मेरी मदद करो, मेरी मदद किसी ने नहीं की। नाज़रीन, मैं इस वक्त इस्लामपुरा के इलाके में मौजूद हूँ और मेरे साथ ये एक गरीब और लाचार मजबूर बाप है जिसकी 2 माह से 2 कम उम्र बच्चियां अगवा हुई हैं और पुलिस आज तक इनकी बच्चियों का सुराग लगाने में कामयाब नहीं हो सकी है। उल्टा पुलिस एहलकार जो इनके मुकदमे का तफ्तीशी है वो इनको गालियां निकालता है और अपने आला अफसरान को ये कहता है कि इसको गोली दे के वापस भेज दो। जिन मुहाफ़िज़ों ने हमारी बहनों बेटियों की हिफाजत करनी है, जब वही मुहाफ़िज़ हमारे इज़्ज़तों को पामाल करेंगे, हमारी बच्चियों की हिफाजत ना कर सकेंगे, बल्कि अपनी आइनी ज़िम्मेदारी को भी पूरा ना निभाएं, तो फिर ऐसे मुहाफ़िज़ों का हम पर मसल्लत होना काबिल अफसोस है। इनसे जानते हैं कि इनकी जो कम उम्र 2 बेटियां हैं उनको अगवा करने वाला कौन शख्स है और आज तक इनको क्यों नहीं इनकी बेटियों को बाजियाब करवाया गया, उसके पीछे क्या कहानी है। इनसे सारी तफसील जानते हैं। अस्सलाम वालेकुम जी। वालेकुम सलाम। भाई की नाम ਤੁਹਾਡਾ? ਮੇਰਾ ਨਾਮ ਮੁਹੰਮਦ ਕਾਸ਼ਿਫ ਹੈ। ਅੱਛਾ ਕਾਸ਼ਿਫ ਸਾਹਿਬ, ਤੁਹਾਡੀਆਂ ਬੱਚੀਆਂ ਕਿਵੇਂ ਅਗਵਾ ਹੋਈਆਂ ਸੀ ਤੇ ਇਹਨਾਂ ਦੀਆਂ ਉਮਰਾਂ ਕੀ ਤੇ ਨਾਮ ਕੀ ਜੇ ਬੇਟੀਆਂ ਦਾ? ਇੱਕ बेटी का नाम है मानूर, 14 साल उम्र है। छोटी बेटी की 9 साल उम्र है। अच्छा उसका नाम है कतीजा। अच्छा। जब ये गवाह हुई 10 दिन मैं अपना भागदौड़ करता रहा, उसके बाद मुझे थाने जाना पड़ा। अच्छा। तकरीबन पर्चा मैंने रबड़ लिखवाई, उन्होंने पहले रद्द कर दी। ਕਿਹੜੇ ਥਾਣੇ ਗਏ ਸੀ ਤੁਸੀਂ? इस्लामपुरे थाने। ਅੱਛਾ, ਇਸਲਾਮਪੁਰੇ ਜਦੋਂ ਤੁਸੀਂ ਪਹਿਲੀ ਦਫਾ ਗਏ ਉਹਨਾਂ ਤੁਹਾਡੀ ਦਰਖਾਸਤ ਨਹੀਂ ਲਈ? नहीं ली। ਉਹਦੀ ਕੀ ਵਜ੍ਹਾ ਸੀ, ਕਿਉਂ ਨਹੀਂ ਲਈ? ਉਹ ਕਹਿੰਦਾ ਜੀ ਇਹ ਅਦਾਲਤ ਦਾ ਫੈਸਲਾ, ਤੁਸੀਂ ਅਦਾਲਤ ਜਾਓ। ਅਦਾਲਤ ਦਾ ਮਤਲਬ ਕੀ? ਅਦਾਲਤ ਦਾ ਫੈਸਲਾ ਜੀ? ਅਦਾਲਤ ਦਾ ਫੈਸਲਾ ਕਹਿੰਦਾ ਜੀ ਇਹ ਤੁਹਾਡੀ ਉੱਥੇ ਤੁਸੀਂ ਰਬੜ ਲਿਖਵਾਓਗੇ ਤੇ ਫਿਰ ਸਾਡੇ ਕੋਲ ਕੇਸ ਆਏਗਾ, ਫਿਰ ਅਸੀਂ ਫੜਾਂਗੇ, ਸੂੰਝ ਨਹੀਂ ਫੜਨਾ। ਅੱਛਾ। ਫਿਰ ਮੈਂ ਦੂਜੀ ਦਰਖਾਸਤ ਲਿਖੀ, DIG ਕੋ ਉੱਥੇ ਪਹੁੰਚਿਆ ਤੇ ਉਹਨਾਂ ਨੇ ਕਿਹਾ ਇਹ ਬੱਚੇ ਦਾ ਕੁਛ ਕਰੋ। ਹਾਂ। ਜਿਸ ਟਾਈਮ ਗਿਆ ਤੇ ਇਹਨਾਂ ਨੇ ਤਕਰੀਬਨ 15-20 ਦਿਨ ਲਾਤੇ FI ਕੱਟਣ ਤੇ। ਅੱਛਾ, ਤੁਹਾਡਾ ਮੁਕੱਦਮਾ ਨਹੀਂ ਸੀ ਦਰਜ ਕਰਦੇ? ਮੁਕੱਦਮਾ ਨਹੀਂ ਦਰਜ ਕਰ ਰਹੇ ਸੀ। ਉਹਨਾਂ ਨੂੰ ਕੀ ਯਕੀਨ ਨਹੀਂ ਸੀ ਆ ਰਿਹਾ ਕਿ ਤੁਹਾਡੀਆਂ ਬੱਚੀਆਂ ਅਗਵਾ ਹੋਈਆਂ? ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਸੀ। ਉਹ ਕੀ ਕਹਿੰਦੇ ਸੀ ਕਿ ਤੁਹਾਡੀਆਂ ਬੱਚੀਆਂ ਕਿੱਥੇ ਹੋ ਸਕਦੀਆਂ ਨੇ ਅਗਰ ਅਗਵਾ ਨਹੀਂ ਹੋਈਆਂ ਤੇ? ਉਹ ਕਹਿੰਦੇ ਤੂੰ ਝੂਠ ਬੋਲਣਾ ਪਿਆ, ਤੇਰੀਆਂ ਬੱਚੀਆਂ ਗਵਾਹ ਨਹੀਂ ਹੋਈਆਂ। ਇਹ ਪੁਲਿਸ ਵਾਲੇ ਕਹਿੰਦੇ ਸੀ? ਪੁਲਿਸ ਵਾਲੇ ਕਹਿੰਦੇ ਸੀ। ਉਹਨਾਂ ਨੇ ਮੈਂ ਗਵਾਹ ਦੇ ਨੰਬਰ ਹਰ ਚੀਜ਼ ਦੇ ਦਿੱਤੀ, ਉਹਨਾਂ ਦੇ ਵੌਇਸ ਸੁਣਾਤੇ, ਹਰ ਗੱਲ ਰਿਕਾਰਡਿੰਗ ਸੁਣਾਤੀ। ਇਹ ਫੇਰ ਵੀ ਨਹੀਂ ਯਕੀਨ ਕੀਤਾ। ਮੈਨੂੰ ਕਹਿੰਦੇ ਸੀ ਅੱਜ ਆ, ਕੱਲ ਆ, ਅੱਜ ਆ। ਮੈਂ ਕਿਹਾ ਮੇਰੀਆਂ ਬੱਚੀਆਂ ਦਾ ਵਾਸਤਾ ਹੀ ਹੈ, ਤੁਹਾਡੀ ਮਿਹਰਬਾਨੀ ਮੇਰੀਆਂ ਬੱਚੀਆਂ ਮਹਿਫੂਜ਼ ਨਹੀਂ ਹੈਗੀਆਂ, ਮੈਨੂੰ ਜਿੱਥੋਂ ਵੀ ਆਉਂਦੇ ਮੇਰੀਆਂ ਬੱਚੀਆਂ ਪੇਸ਼ ਕਰਕੇ ਦੇਵੋ। ਨਹੀਂ ਉਹਨਾਂ ਨੇ ਕੀਤੀਆਂ, ਕਦੀ ਪੈਸੇ ਲਿਆ, ਕਦੀ ਫਲਾਣੀ ਸ਼ੈ ਕਰ, ਫਲਾਣੀ ਕਰ। मैं कहा सर जी मेरी बच्चियां लब के दो, बड़ी मेहरबानी, मेरे को नहीं गुंजाइश ही, मैं गरीब बंदा, मैं चाह छोटा जिहा ठेला लाना 1000-1200 कमाना, बड़ी मेहरबानी। ਅੱਛਾ ਕਾਸ਼ਿਫ ਸਾਹਿਬ, ਤੁਸੀਂ ਜਿਹੜੀ ਆਪਣੀ FIR ਕਰਵਾਈ ਹੈ ਜਿਹਦੇ 'ਚ 2 ਬੱਚੀਆਂ ਦਾ ਤੁਸੀਂ ਜ਼ਿਕਰ ਕੀਤਾ ਹੈ, ਉਹਦੇ 'ਚ ਤੁਸੀਂ ਇਹ ਵੀ ਲਿਖਵਾਇਆ ਕਿ ਮੇਰੀ ਬੀਵੀ ਦੇ ਨਾਲ ਅਲੈਦਗੀ ਹੋ ਗਈ ਹੈ। ਕਿਧਰੇ ਤੁਹਾਡੀ ਬੀਵੀ ਹੀ ਤੁਹਾਡੀਆਂ ਦੋਵਾਂ ਬੇਟੀਆਂ ਨੂੰ ਤੇ ਨਹੀਂ ਲੈ ਗਈ ਵੀ? नहीं, ये जैनी नाल रलिया था। ਇਹ ਜ਼ੈਨੀ ਕੌਣ ਹੈਗਾ ਜੀ? जैनी मैं नहीं जानता कौन है। कभी 5 लाख मंगता है, कभी तरियाँ लाना है, कभी कहता DPO को जा, कभी SP को जा, कहता DSP का मेरा कुछ नहीं बिगाड़ सकते। ਇਹ ਬੰਦਾ ਜਿਹੜਾ ਤੁਸੀਂ ਜ਼ੈਨੀ ਤੇ ਜ਼ੈਨ ਜੋ ਵੀ ਹੈ, ਇਹਦਾ ਤੁਹਾਡੀਆਂ ਬੱਚੀਆਂ ਦੇ ਨਾਲ ਕੀ ਤਾਲੁਕ ਹੈਗਾ ਜੀ? इनका कोई ताल्लुक नहीं गा सी, कोई ताल्लुक नहीं गा सी मेरी बच्चियां नाल। ਤੁਹਾਡੀ ਬੀਵੀ ਦੇ ਨਾਲ ਤੇ ਨਹੀਂ ਤਾਲੁਕ ਸੀ? इन्ना हो सके पहले होवे, उस तो बाद मैनूं नहीं पता की ताल्लुकात सी। मैं बड़ी कोशिश की सी मेरिया बच्चियां मेरे कोल आ जान। हाँ। नहीं, ਇਹ ਬੰਦੇ ਨੇ ਮੈਨੂੰ ਕਿਹਾ ਨਹੀਂ ਮੈਨੂੰ ਪੈਸੇ ਦੇਂਗਾ ਤੇ ਮੈਂ ਤੈਨੂੰ ਬੱਚੀਆਂ ਪੈ ਦਵਾਂਗਾ। ਮੈਂ ਇਹਨਾਂ ਨੂੰ ਹਰ ਚੀਜ਼ ਦੀ ਰਿਕਾਰਡਿੰਗ ਸੁਣਾਤੀ, ਫਿਰ ਨਹੀਂ ਇਹਨਾਂ ਨੇ ਯਕੀਨ ਕੀਤਾ। ਅੱਛਾ। ਮੈਂ ਕੱਲ DSP ਦੇ ਦਫ਼ਤਰ ਗਿਆ ਵਾਂ, ਉਹਨਾਂ ਨੇ ਕਿਹਾ ਜੀ ਸਾਡੇ ਕੋਲ ਕੋਈ ਰਿਪੋਰਟ ਨਹੀਂ ਆਈ। ਠੀਕ ਹੈ। ਤੇ ਮੈਂ ਜਵੇਦ ਸਾਹਿਬ ਦੀ ਗੱਲ ਕਰਾਈ, ਉਹਨੇ ਕਿਹਾ ਇਹਨੂੰ ਰਫੂ ਚੱਕਰ ਨੂੰ ਗੋਲੀ ਕਰਾਓ। ਜਵੇਦ ਕੌਣ ਹੈਗਾ ਜੀ? ਜਵੇਦ ਸਬ ਇੰਸਪੈਕਟਰ ਹੈਗਾ ਜਿਹੜਾ ਤੁਹਾਡਾ ਮੁਕੱਦਮੇ ਦਾ ਤਫਤੀਸ਼ੀ ਹੈ? ਹਾਂਜੀ, ਮੇਰੇ ਜਿਹੜਾ ਮੁਕੱਦਮੇਦਾਰ ਹੈਗਾ, ਤਫਤੀਸ਼ੀ ਹੈਗਾ। ਅੱਛਾ, ਉਹ ਕੀ ਕਹਿੰਦਾ ਸੀ? ਇਹਨੂੰ ਗੋਲੀ ਕਰਾਓ ਕਿ ਤੁਹਾਨੂੰ ਗੋਲੀ ਕਰਾ ਦੇਵੋ? ਹਾਂਜੀ। ਨਾਲ ਉਹਨੇ ਗਾਲ ਵੀ ਕੱਢੀ ਸੀ ਨਾ? ਗਾਲ ਵੀ ਕੱਢੀ ਸੀ। ਅੱਛਾ। ਇਹ ਕੁੜੀ ਹੋਵੇ ਨਾਲ ਭੇਜ ਇੱਥੋਂ।
ਇਹ ਜਵੇਦ ਨੇ ਕਿਹਾ ਸੀ। ਜਵੇਦ ਨੇ ਕਿਹਾ ਸੀ। 2 ਮਹੀਨੇ ਹੋ ਗਿਆ ਤੁਹਾਡਾ ਮੁਕੱਦਮਾ ਦਰਜ ਹੋਏ ਤੇ ਹੁਣ ਤੱਕ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ? ਕੁਛ ਵੀ ਨਹੀਂ ਕੀਤਾ। ਉਹ ਤੇਰੀ ਬੱਚੀਆਂ ਤੇਰੀ ਮਾਂ ਕੋ ਗਈਆਂ, ਸੇਫ ਹੈਗੀਆਂ, ਤੈਨੂੰ ਕੋਈ ਟੈਨਸ਼ਨ ਨਹੀਂ, ਛੱਡੋ ਗਸ਼ਤੀ ਹੈ ਭਾਵੇਂ ਕੰਜਰੀ ਹੈ, ਤੂੰ ਪਿੱਛਾ ਛੱਡ ਤੂੰ ਆਪਣਾ ਕੰਮ ਕਰ। ਅੱਛਾ। ਇੰਜ ਕਹਿੰਦਾ ਰਿਹਾ ਮੈਨੂੰ। ਮੈਂ ਚੁੱਪ ਕਰਕੇ ਮੈਂ ਕਿਹਾ ਸਰ ਜੀ ਮੇਰੀਆਂ ਬੱਚੀਆਂ ਤੇ ਮੇਰੇ ਨਾਲ ਮਿਲਾਓ, ਮੇਰਾ ਰਾਬਤਾ ਤੇ ਕਰਾਓ। ਹਾਂ। ਕਹਿੰਦਾ ਤੇਰਾ ਕਿਸ ਨਾਲ ਰਾਬਤਾ ਕਰਾਈਏ? ਉਹਨਾਂ ਨੇ ਨੰਬਰ ਬੰਦ ਕੀਤੇ ਨੇ। ਅੱਛਾ। ਮੈਨੂੰ ਪੈਸੇ ਦੇਗਾ, ਨੰਬਰ ਟਰੇਸਾਂਗਾ, ਕਰੈਕਰ ਲਾਵਾਂਗਾ ਤੇ ਹਰ ਚੀਜ਼ ਹੋਏਗੀ ਤੇ ਉਂਝ ਤੇ ਕੋ ਕੁਝ ਨਹੀਂ ਹੋ ਸਕਦਾ। ਅੱਛਾ। ਮੈਂ ਕਿਹਾ ਸਰ ਜੀ ਮੇਰੇ ਕੋਲ ਪੈਸਾ ਨਹੀਂ ਹੈਗਾ, ਮੈਂ ਇਸ ਟਾਈਮ ਬੜਾ ਮਜਬੂਰ ਆ, ਮੈਂ ਆਪਣੀ ਰੋਟੀ ਤੋਂ ਆਵਾਜ਼ਾਰ ਹੈਗਾ ਵਾਂ। ਇਹ ਪੈਸੇ ਤੁਹਾਡੇ ਕੋਲੋਂ ਜਵੇਦ ਸਬ ਇੰਸਪੈਕਟਰ ਤਫਤੀਸ਼ੀ ਨੇ ਮੰਗੇ ਨੇ? ਹਾਂਜੀ ਮੇਰੇ ਕੋਲ ਮੰਗੇ ਨੇ। ਅੱਛਾ। ਤੁਸੀਂ ਉਹਨੂੰ ਕਿਹਾ ਮੇਰੇ ਕੋਲ ਕੋਈ ਨਹੀਂ ਹੈ? ਮੇਰੇ ਕੋਲ ਕੁਝ ਵੀ ਨਹੀਂ ਹੈਗਾ। ਇਸੇ ਵਜ੍ਹਾ ਤੋਂ ਉਹਨੇ ਹੁਣ ਤੱਕ ਤੁਹਾਡੀਆਂ ਬੱਚੀਆਂ ਬਾਜ਼ਿਆਬ ਨਹੀਂ ਨਹੀਂ ਕਰਵਾਈਆਂ? ਕਰਵਾਈਆਂ ਬੱਚੀਆਂ, ਕੁਝ ਵੀ ਨਹੀਂ ਕੀਤਾ ਉਹਨੇ ਮੇਰੀ। ਤੁਸੀਂ ਸਾਨੂੰ ਕੁਝ ਵਾਇਸਾਂ ਸੁਣਵਾਈਆਂ ਨੇ ਜ਼ੈਨੀ ਦੀਆਂ। ਹਾਂਜੀ। ਇਹ ਬੱਚੀਆਂ ਨੇ ਤੁਹਾਡੇ ਨਾਲ ਗੱਲ ਕੀਤੀ ਕਿ ਅਸੀਂ ਕਿੱਥੇ ਗਏ ਆ? ਬੱਚਿਆਂ ਨੇ ਕੋਈ ਗੱਲ ਨਹੀਂ ਕੀਤੀ। ਇਹ ਜ਼ੈਨੀ ਜਿਹੜਾ ਮੁੰਡਾ ਹੈ ਉਹੀ ਭੇਜਦਾ ਪਿਆ। ਅੱਛਾ। ਉਹਨੂੰ ਕਹਿੰਦਾ ਗਿਆ ਤੂੰ ਆਪਣੀ ਮਸ਼ੂਕ ਲੈ ਆ, ਉਹ ਕਹਿੰਦਾ ਆਪਣੀ ਤੂੰ ਮਸ਼ੂਕ ਲੈ ਆ। ਅੱਛਾ। ਕੀ ਮਤਲਬ ਹੈ, ਕਿਹਨੂੰ ਕਹਿ ਰਿਹਾ ਤੇ ਕਿਹਦੀ ਮਸ਼ੂਕ ਤੇ ਕਿਹਨੂੰ ਕਹਿ ਰਿਹਾ ਕਿ ਲੈ ਜਾ ਲੈ ਜਾ? ਜ਼ੈਨੀ ਕਿਸੇ ਨੂੰ ਕਹਿ ਰਿਹਾ। ਅੱਛਾ। ਜੋ ਹੋਏਗਾ ਵੇਖੀ ਜਾਏਗੀ। ਕਿਧਰੇ ਤੁਹਾਡੀਆਂ ਬੱਚੀਆਂ ਦਾ ਸੌਦਾ ਤਾਂ ਨਹੀਂ ਹੋ ਗਿਆ ਅਭੀ? ਇਹ ਨਹੀਂ ਪਤਾ, ਉਹਨੇ ਅੱਲਾ ਜਾਣਦਾ ਹੈ। ਇਹ ਪੁਲਿਸ ਵਾਲੇ ਜਾਣਦੇ, ਪੁਲਿਸ ਵਾਲੇ ਮੇਰੇ ਬੱਚਿਆਂ ਨੂੰ ਕੁਝ ਹੋਇਆ ਤੇ ਪੁਲਿਸ ਪੂਰਾ ਥਾਣਾ ਮੁਲਵਸ ਹੋਏਗਾ। ਮੈਂ ਕੁਝ ਨਹੀਂ ਜਾਣਦਾ, ਮੇਰੀਆਂ ਬੱਚੀਆਂ ਚਾਹੀਦੀਆਂ, ਦੁਨੀਆ ਦਾ ਕੁਝ ਨਹੀਂ ਚਾਹੀਦਾ। ਬੜੀ ਕੋਸ਼ਿਸ਼ ਕੀਤੀ ਹੈ, ਰੱਬ ਅੱਗੇ ਫਰਿਆਦ ਕੀਤੀ ਹੈ, ਅੱਬੀ ਤਾਲਾ ਮੇਰੀਆਂ ਬੱਚੀਆਂ ਮਹਿਫੂਜ਼ ਹੋ ਜਾਣ, ਮੈਨੂੰ ਕੁਝ ਨਹੀਂ ਦੁਨੀਆ ਚਾਹੀਦਾ, ਮੇਰੀਆਂ ਬੱਚੀਆਂ ਮਹਿਫੂਜ਼ ਹੋਣੀਆਂ ਚਾਹੀਦੀਆਂ, ਹੋਰ ਕੁਝ ਨਹੀਂ ਮੈਨੂੰ ਦੁਨੀਆ ਦੇ ਚਾਹੀਦਾ। ਉਸ ਦੇ ਨਹੀਂ ਫੋਨ ਕਰਦਾ, ਤੈਨੂੰ ਨਿੱਬਲ ਲਵਾਂਗਾ, ਤੈਨੂੰ ਆਣ ਕੇ ਗੋਲੀ ਮਾਰ ਦੇਵਾਂਗਾ। ਇੱਥੋਂ ਤੱਕ ਮੈਨੂੰ ਧਮਕੀ ਆ ਗਈ ਹੈ। ਮੈਂ ਆਪਣੇ ਜਿਵੇਂ ਇੰਸਪੈਕਟਰ ਨੂੰ ਤਫਤੀਸ਼ ਨੂੰ ਕਿਹਾ, ਕਹਿੰਦੇ ਉਹ ਅੱਡਾ ਜੋਗਾ ਰਹਿ ਗਿਆ ਤੈਨੂੰ ਗੋਲੀ ਮਾਰਨ ਨੂੰ। ਮੈਂ ਕਿਹਾ ਸਰ ਗੋਲੀ ਦਾ ਕੋਈ ਪਤਾ ਨਹੀਂ ਕਿਸ ਟਾਈਮ ਵੱਜ ਜਾਵੇ, ਕੌਣ ਜ਼ਿੰਮੇਦਾਰ ਹੈਗਾ ਮੇਰਾ? ਤੁਸੀਂ ਇਹ ਜ਼ੈਨੀ ਦੇ ਬਾਰੇ ਦੇ ਵਿੱਚ ਆਪਣੇ ਤਫਤੀਸ਼ੀ ਨੂੰ ਦੱਸਿਆ ਕਿ ਇਹ ਨੰਬਰ ਹੈਗਾ, ਇਸ ਨੰਬਰ ਤੋਂ ਮੈਨੂੰ ਧਮਕੀਆਂ ਆ ਰਹੀਆਂ? ਮੈਂ ਕਿਹਾ, ਕਹਿੰਦਾ ਜੀ ਨੈਟ ਦੀ ਰਿਕਾਰਡਿੰਗ ਨਹੀਂ ਹੋ ਸਕਦੀ, ਮੈਂ ਕੁਝ ਨਹੀਂ ਕਰ ਸਕਦਾ ਇਹਦੇ ਉੱਤੇ। ਅੱਛਾ। ਨਾ ਤੂੰ ਇਹਦਾ ਸ਼ਨਾਤੀ ਕਰ ਲਿਆ, ਮੈਂ ਕਿੱਥੋਂ ਲਿਆਵਾਂ? ਸਾਰਾ ਕੁਝ ਪ੍ਰੂਫ ਤੁਸੀਂ ਕਰਨਾ ਵੇ। ਅੱਛਾ। ਮੈਂ ਤਸਵੀਰ ਦੇ ਦਿੱਤੀ ਤੁਹਾਨੂੰ, ਨੰਬਰ ਦੇ ਦਿੱਤੇ ਨੇ, ਹਰ ਚੀਜ਼ ਦੇ ਦਿੱਤੀ ਹੈ। ਤੇ ਫਿਰ ਇਹ ਪੁਲਿਸ ਜਦੋਂ ਸਾਰਾ ਕੁਝ ਤੁਸੀਂ ਕਰਨਾ ਤੇ ਫਿਰ ਇਹ ਪੁਲਿਸ ਦਾ ਕੀ ਕੰਮ ਹੈਗਾ? ਇਹਨੇ ਕੀ ਕਰਨਾ ਹੈ ਪੁਲਿਸ ਨੇ? ਫਿਰ ਪੂਰਾ ਕਾਨੂੰਨ ਖਤਮ ਕਰ ਦੇਣ, ਨਹੀਂ ਕੁਝ ਕਰ ਸਕਦੇ। ਹਾਂ। ਮੈਂ ਇਹੀ ਕਵਾਂਗਾ, ਜੇ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਹੀਂ ਕਰ ਸਕਦੇ ਆ, ਉਹ ਕਿਸੇ ਦੀ ਨਹੀਂ ਕਰ ਸਕਦੇ। ਇਹ ਕਹਿੰਦੇ ਨੇ ਉਧਰੋਂ ਪੈਸਾ ਹੋਏ, ਉਧਰੋਂ ਪੈਸਾ ਹੋਏ, ਸਿਖਾਈਏ ਤੇ ਬੋਝ ਕਰੀਏ, ਇਹ ਕੁਝ ਨਹੀਂ ਕਰ ਸਕਦੇ ਪੁਲਿਸ ਵਾਲੇ। ਮੈਂ ਹਰ ਕਿਸੇ ਨੂੰ ਕਿਹਾ ਮੇਰੀ ਮਦਦ ਕਰੋ, ਮੇਰੀ ਮਦਦ ਕਰੋ, ਮੇਰੀ ਮਦਦ ਕਿਸੇ ਨੇ ਨਹੀਂ ਕੀਤੀ। ਤੁਸੀਂ ਉਸ ਦਿਨ ਕਿੱਥੇ ਸੀ ਜਿਸ ਦਿਨ ਤੁਹਾਡੀਆਂ ਬੱਚੀਆਂ ਲਾਪਤਾ ਹੋਈਆਂ ਸੀ, ਜਾਂ ਫਿਰ ਤੁਹਾਨੂੰ ਪਤਾ ਚੱਲਿਆ ਕਿ ਤੁਹਾਡੀਆਂ ਬੱਚੀਆਂ ਨੂੰ ਕਿਸੇ ਨੇ ਅਗਵਾ ਕਰ ਲਿਆ? ਮੈਂ ਕੰਮ ਤੇ ਹੈਗਾ ਸਾਂ, ਮੈਨੂੰ ਕੰਮ ਤੇ ਹੈਗਾ ਸੀ, ਮੈਨੂੰ ਫੋਨ ਆਇਆ। ਉਹਨੇ ਕਿਹਾ ਪੈਸੇ ਦੇ ਤੇ ਆਪਣੀਆਂ ਬੱਚੀਆਂ ਲੈ ਜਾ। ਕਦੀ ਫੈਸਲਾਬਾਦ ਆ, ਕਦੀ ਕਹਿੰਦਾ ਹਰੂਨਾਬਾਦ ਆ, ਕਦੀ ਕਹਿੰਦਾ ਚੀਤਾਵਤਨੀ ਆ। ਮੈਂ ਕਿੱਥੇ ਜਾਵਾਂ? ਕਿੰਨੇ ਪੈਸੇ ਮੰਗਦਾ ਹੈਗਾ? ਮੇਰੇ ਕੋਲ 5 ਲੱਖ ਮੰਗਿਆ ਉਹਨੇ, ਮੇਰੇ ਕੋਲ ਰੋਟੀ ਖਾਣ ਜੋਗੇ ਪੈਸੇ ਨਹੀਂ ਗਏ। ਇਸ ਜ਼ੈਨ ਨੇ ਤੁਹਾਡੇ ਕੋਲ 5 ਲੱਖ ਰੁਪਏ ਮੰਗਿਆ ਕਿ 5 ਲੱਖ ਦੇ ਦੇ ਤੇ ਆਪਣੀਆਂ ਬੱਚੀਆਂ ਲੈ ਜਾ। ਬੱਚੀਆਂ ਲੈ ਜਾ, ਤੈਨੂੰ ਆਸਮਾ ਚਾਹੀਦੀ ਹੈ, ਤੈਨੂੰ ਬੱਚੀਆਂ ਚਾਹੀਦੀਆਂ ਨੇ। ਇਹ ਆਸਮਾ ਕੌਣ ਹੈਗੀ ਹੈ? ਆਸਮਾ ਮੇਰੀ ਵਾਈਫ ਹੈਗੀ ਹੈ, ਜਿਹਨੂੰ ਤੁਸੀਂ ਤਲਾਕ ਦੇ ਚੁੱਕੇ ਜਿਹਨੂੰ ਹੋ। ਤਲਾਕ ਦੇ ਚੁੱਕਿਆ ਸਾਂ। ਇਹ ਕਿਤੇ ਤੁਹਾਡੀ ਬੀਵੀ ਨੇ ਤੇ ਤੁਹਾਡੀਆਂ ਬੱਚੀਆਂ ਤੇ ਨਹੀਂ ਅਗਵਾ ਕਰਵਾਈਆਂ? ਇਹ ਦੋਵੇਂ ਰਲੇ ਨੇ, ਫਿਰ ਇਹੀ ਦੋਵੇਂ ਰਲੀ ਮਿਲੀ ਤਾਂ ਮੱਕ ਚੱਲਦਾ ਪਿਆ ਨਾਲ। ਹਾਂ। ਹੋਰ ਕੁਝ ਨਹੀਂ ਕਰ ਸਕਦਾ ਮੈਂ ਇਹੀ ਕਹਿੰਦਾ ਕਾਨੂੰਨ ਨੂੰ ਮੇਰੀਆਂ ਬੱਚਿਆਂ ਬਰਾਮਦ ਕਰਕੇ ਦੇਵੋ, ਜਿੱਥੋਂ ਮਰਜ਼ੀ ਕਰਕੇ ਦੇਵੋ। ਅਸੀਂ ਹਰ ਚੀਜ਼ ਵੇਖਦੇ ਹਾਂ, ਕਾਨੂੰਨ ਨੇ ਇਹ ਕਰਤਾ, ਕਾਨੂੰਨ ਨੇ ਇਹ ਕਰਤਾ। ਅਸੀਂ ਇੰਨੇ ਵਾਕਿਆ ਵੇਖਦੇ ਹਾਂ ਕਿ ਸਾਡੇ ਵਾਕਿਆ ਦਾ ਕੋਈ ਕਾਨੂੰਨ ਨਹੀਂ। ਵੱਡੇ ਲੋਕਾਂ ਸੇ ਕਾਨੂੰਨ ਰਹਿ ਗਏ, ਮਾਰੇ ਬੰਦੇ ਦਾ ਕੋਈ ਕਾਨੂੰਨ ਨਹੀਂ ਹੈਗਾ। ਕਿੱਥੇ ਜਾਵਾਂ ਮੈਂ ਕਿਹਨੂੰ ਕਵਾਂ, ਕਿਹਨੂੰ ਫਰਿਆਦ ਸੁਣਾਵਾਂ? ਤੁਸੀਂ ਐਸਪੀ ਸਾਹਿਬ ਨੂੰ ਮਿਲੇ ਹੋ ਜਾ ਕੇ, ਡੀਆਈਜੀ ਸਾਹਿਬ ਨੂੰ ਮਿਲੇ ਹੋ ਜਾ ਕੇ ਕਿ ਮੇਰੀ ਬੱਚੀ ਨੂੰ ਬਾਜ਼ਿਆਬ ਨਹੀਂ ਹੁਣ ਤੱਕ ਕਰਵਾਇਆ ਗਿਆ? ਮੈਂ ਸਾਰਿਆਂ ਨੂੰ ਕਿਹਾ, ਇਹਨਾਂ ਨੇ ਮੇਰੀ ਇੱਕ ਵੀ ਨਹੀਂ ਸੁਣੀ, ਇੱਕ ਵੀ ਨਹੀਂ ਸੁਣੀ ਮੇਰੀ। ਉਹਨੇ ਕਹੀ ਜਾਓ ਸਲਾਮਪੁਰੇ ਥਾਣੇ ਜਾਓ। ਅੱਛਾ। ਸਲਾਮਪੁਰੇ ਥਾਣੇ ਜਾਓ, ਉਹਨੇ ਮੇਰੀ ਇੱਕ ਨਹੀਂ ਸੁਣੀ। 2 ਮਹੀਨੇ 10 ਦਿਨ ਹੋ ਗਏ ਨੇ, ਇਹਨੇ ਮੇਰੀ ਇੱਕ ਨਹੀਂ ਸੁਣੀ। ਤੁਸੀਂ ਸਾਨੂੰ ਦੱਸਿਆ ਕਿ ਕੁਝ ਅਰਸਾ ਪਹਿਲੇ ਕੋਈ ਸ਼ਖਸ ਜਿਹਨੂੰ ਨਹੀਂ ਸੀ ਤੁਸੀਂ ਜਾਣਦੇ ਹੋ ਸਾਡੇ ਘਰ ਆਇਆ ਸੀ, ਫਿਰ ਬੜਾ ਮਾਹੌਲ ਖਰਾਬ ਹੋਇਆ। ਬੀਵੀ ਦੇ ਨਾਲ ਉਹਦੇ ਕੀ ਤਾਲੁਕਾਤ ਸੀ? ਉਹਦੇ ਬੀਵੀ ਨਾਲ ਤਲਕ ਇਸ ਤਰ੍ਹਾਂ ਦੀ ਜਿਸ ਤਰ੍ਹਾਂ ਹੁੰਦਾ ਕੁਛ ਲੱਗਦਾ ਹੋਵੇ, ਜਿਸ ਤਰ੍ਹਾਂ ਉਹਦਾ ਕੋਈ ਖਾਵੰਦ ਕੋਈ ਆਸ਼ਿਕ ਹੁੰਦਾ ਜੀ। ਆਸ਼ਿਕ ਹੁੰਦਾ। ਤੁਹਾਨੂੰ ਨਹੀਂ ਸੀ ਕੁਝ ਵੀ ਪਤਾ? ਮੈਨੂੰ ਕੋਈ ਇਲਮ ਨਹੀਂ ਸੀ। ਮੈਂ ਸਵੇਰ ਜਾਣਾ, ਸ਼ਾਮ ਨੂੰ ਆਣਾ, 11-12 ਵਜੇ ਬੱਚਿਆਂ ਦੇ ਰਿਜ਼ਕ ਕਮਾ ਕੇ। ਮੈਂ ਜਦੋਂ ਵੀ ਆਣਾ ਮੇਰੇ ਘਰ ਕਿਲ ਪੈ ਜਾਣੀ, ਮੈਂ ਜਦੋਂ ਵੀ ਆਣਾ ਘਰ ਕਿਲ ਪਿਆਣੀ। ਮੈਂ ਪੁੱਛਣਾ ਕਦੀ ਕਿਲ ਕਦੀ ਕਿਲ। ਤੁਹਾਡੀ ਬੀਵੀ ਦੇ ਤੁਹਾਡੇ ਨਾਲ ਤਾਲੁਕਾਤ ਠੀਕ ਨਹੀਂ ਸੀ ਹੈ? ਮੇਰੇ ਠੀਕ ਹੀ ਗਏ ਸੀ, ਉੱਤੋਂ ਠੀਕ ਰਹਿੰਦੇ ਸੀ ਤੇ ਵਿੱਚੋਂ ਦਿਲ ਦੀ ਖੋੜੀ ਸੀ। ਉਹ ਬਾਹਰ ਗੈਰ ਮਰਦਾਂ ਨਾਲ ਗੈਰ ਮਰਦਾਂ ਨਾਲ ਤਲਕ ਰੱਖਦੀ ਸੀ। ਉਹ ਇੱਕ ਵਾਰੀ ਨਹੀਂ 4-5 ਵਾਰੀ ਨਸੀ ਤੇ ਮੈਂ ਫਿਰ ਇੱਜ਼ਤ ਨਾਲ ਆਪਣੇ ਘਰ ਰੱਖਿਆ।
ਮੈਂ ਕਹਿੰਦੀ ਮੇਰੇ ਬੱਚਿਆਂ ਦੀ ਮਾਂ ਹੈ, ਮੇਰੇ ਬੱਚਿਆਂ ਦੀ ਮਾਂ। ਮੇਰੇ ਭੈਣ ਭਰਾਵਾਂ ਨੇ ਮੈਨੂੰ ਇੰਨੀਆਂ ਗਾਲਾਂ ਕੱਢੀਆਂ, ਤੂੰ ਉਹਦਾ ਪਿੱਛਾ ਛੱਡ ਦੇ। ਮੈਂ ਕਿਹਾ, ਉਹਨਾਂ ਨੇ ਕਿਹਾ, ਮੈਂ ਕਿਹਾ ਬੱਚਿਆਂ ਦੀ ਮਾਂ ਕਿੱਥੇ ਜਾਏਗੀ, ਕਿੱਥੇ ਰੁਲੇਗੀ। ਜਦੋਂ 4-5 ਵਾਰੀ ਉਹ ਨੱਸ ਗਈ ਸੀ ਤੇ ਇਹੋ ਜੀ ਬਦਕਿਰਦਾਰ ਔਰਤ ਨੂੰ ਕੋਈ ਗੈਰਤ ਮਰਦ, ਜਿਹੜਾ ਗੈਰਤਮੰਦ ਮਰਦ ਹੁੰਦਾ ਨਾ, ਉਹ ਨਹੀਂ ਰੱਖ ਸਕਦਾ ਹੈਗਾ। ਮੇਰੇ ਉਹ ਬੱਚਾ ਮੈਨੂੰ ਕਹਿੰਦਾ ਸੀ, ਪਾਪਾ ਆਖਰੀ ਮਾਫੀ ਦੇ ਦੇ, ਇੰਨੀਆਂ ਗਲਤੀਆਂ ਮਾਫ ਦੇ, ਪੰਤਾਂ ਦੇ ਨਾਂ ਦਾ ਸਦਕੇ ਤੇ ਤੈਨੂੰ ਮਾਫ ਕਰਤੇ। ਮੈਂ ਉਹਨਾਂ ਨੂੰ ਮਾਫੀ ਦਿੰਦਾ ਰਿਹਾ, ਮਾਫੀ ਦਿੰਦਾ ਰਿਹਾ। ਮੈਨੂੰ ਕੀ ਪਤਾ ਸੀ ਮੈਂ ਆਪ ਬਰਬਾਦ ਹੋ ਜਾਵਾਂਗਾ। ਅੱਜ ਦੇਖੋ ਨਾ, ਤੁਹਾਡੀਆਂ ਬੱਚੀਆਂ ਨੂੰ ਲੈ ਗਈ ਆ, ਉਹ ਨਾ ਜਾਣੇ ਉਹਨਾਂ ਕੋਲੋਂ ਕੀ ਕਰਵਾ ਰਹੀ ਕੀ ਹੋਈ। ਕਰਵਾ ਰਹੀ ਹੈ ਮੈਨੂੰ ਨਹੀਂ ਸਮਝ ਆ ਰਹੀ। ਮੈਂ ਮੀਡੀਆ 'ਤੇ ਦੇਖਿਆ, ਇੱਕ ਔਰਤ ਨੇ ਆਪਣੀ ਆਸ਼ਕੀ ਦੀ ਖਾਤਰ 3 ਬੱਚੇ ਕਤਲ ਕਰਤੇ। ਇਹ ਮੇਰੀ ਬੱਚਿਆਂ ਨਾਲ ਕੀ ਕਰੇਗੀ? ਹੁਣ ਤੱਕ, ਅੱਜ ਤੱਕ ਤੁਹਾਡੇ ਨਾਲ ਬੱਚਿਆਂ ਦੀ ਗੱਲ ਨਹੀਂ ਕਰਵਾਈ ਗਈ। ਗੱਲ ਨਹੀਂ ਕਰਾਈ, ਕੋਈ ਗੱਲ ਨਹੀਂ ਕਰਾਈ ਮੇਰੇ ਨਾਲ। ਹੁਣ ਵੀ ਜ਼ੈਨੀ ਦਾ ਫੋਨ ਆਇਆ ਸੀ ਮੈਨੂੰ। ਅੱਛਾ। ਮੈਨੂੰ ਕਹਿੰਦਾ ਸੀ, ਜੋ ਕਰਨਾ ਕਰ ਲਾ, ਜੋ ਕਰਨਾ ਕਰ ਲਾ, ਜਿੱਥੇ ਹੈਗਾ ਮੈਂ ਤੂੰ ਦੱਸ। ਮੈਂ ਕਹਿੰਦਾ ਕਿੱਥੇ ਹੈਗਾ? ਮੈਂ ਕਿਹਾ ਮੈਂ ਲਾਹੌਰ ਹੈਗਾ ਵਾ। ਮੈਂ ਕੋਈ ਗੱਲ ਕਰ, ਨਾਲੇ ਉਹਨੇ ਬੰਦ ਕਰਤਾ। ਮੇਰੀ ਜਾਨ ਨੂੰ ਖਤਰਾ ਹੈ, ਮੇਰੀ ਪੁਲਿਸ ਕੋਈ ਮਦਦ ਨਹੀਂ ਕਰ ਰਹੀ। ਮੈਨੂੰ ਕੁਛ ਹੋ ਗਿਆ ਤੇ ਕਾਨੂੰਨ ਜ਼ਿੰਮੇਦਾਰ ਹੈਗਾ। ਹੁਣ ਤੁਹਾਨੂੰ ਪੁਲਿਸ ਦੇ ਆਲਾ ਹਕਾਮ ਔਰ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸਾਹਿਬਾ ਵੀ ਸੁਣਦੀ ਪਈ ਹੈ, ਤੁਸੀਂ ਉਹਨਾਂ ਅੱਗੇ ਕੀ ਮੁਤਾਲਬਾ ਕਰੋਗੇ? ਮੈਂ ਇਹ ਮੁਤਾਬਕ ਕਰਾਂਗਾ, ਮੇਰੀਆਂ ਬੱਚੀਆਂ ਬਰਾਮਦ ਕਰਾ ਦਿਓ। ਮੈਨੂੰ ਦੁਨੀਆ ਦਾ ਕੁਛ ਨਹੀਂ ਚਾਹੀਦਾ, ਕੁਛ ਨਹੀਂ ਚਾਹੀਦਾ ਮੈਨੂੰ ਦੁਨੀਆ ਤੇ। ਮੇਰੀਆਂ ਬੱਚੀਆਂ ਮੈਨੂੰ ਚਾਹੀਦੀਆਂ ਨੇ, ਤੇ ਜ਼ੈਨੀ ਨੂੰ ਉਨੀ ਕੁ ਸਜ਼ਾ ਹੋਣੀ ਚਾਹੀਦੀ, ਪੂਰੀ ਜ਼ਿੰਦਗੀ ਉਹਨੂੰ ਮਾਫੀ ਨਾ ਮਿਲੇ। ਇਹਨਾਂ ਕੋਲ ਮੈਨੂੰ ਟੌਰਚਰ ਕਰ ਦਿੱਤਾ ਹੈ, ਇਹਨਾਂ ਕੋਲ ਟੌਰਚਰ ਕਰ ਦਿੱਤਾ ਹੈ। ਤੁਹਾਡੇ ਨਾਲ ਤੁਹਾਡੀ ਬੀਵੀ ਨੇ ਵੀ ਕੋਈ ਰਾਬਤਾ ਨਹੀਂ ਕੀਤਾ? ਕੋਈ ਰਾਬਤਾ ਨਹੀਂ ਕੀਤਾ, ਬਿਲਕੁਲ ਕੋਈ ਰਾਬਤਾ ਨਹੀਂ ਕੀਤਾ ਮੇਰੇ ਨਾਲ। ਤੁਹਾਡੀਆਂ ਬੱਚੀਆਂ ਤੁਹਾਡੇ ਨਾਲ ਠੀਕ ਸੀ? ਮੇਰੇ ਬੱਚੇ ਮੇਰੇ ਨਾਲ ਠੀਕ ਸੀ। ਮੈਨੂੰ ਕਹਿੰਦੇ ਪਾਪਾ ਇਹ ਕਰਦੇ, ਪਾਪਾ ਹਰ ਜਾਨ ਹਾਜ਼ਰ ਕਰ ਦਿੰਦਾ ਸੀ। ਜਿਹੋ ਜਿਹੀ ਜਿਸੇ ਔਰਤ ਮੇਰੇ ਕੋਲ ਆਈ ਹੈ, ਮੈਂ ਬਰਬਾਦ ਹੋ ਗਿਆ, ਮੈਂ ਕਿਸੇ ਜੋਗਾ ਨਹੀਂ ਰਿਹਾ। ਇੰਨਾ ਕੁ ਬਰਬਾਦੀ ਕਰਤੀ ਇਸ ਔਰਤ ਨੇ ਮੇਰੇ ਨਾਲ।